ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ CDP ਦੀ ਇੱਕ ਇੰਪੋਰਟੈਂਟ ਥਿਊਰੀ ਪੜ੍ਹਾਂਗੇ, ਠੀਕ ਹੈ, ਜਿਸ ਦਾ ਨਾਮ ਹੈ ਜੀ ਅਰਿਕਸਨ ਸਾਈਕੋ ਸੋਸ਼ਲ ਡਿਵੈਲਪਮੈਂਟ। ਠੀਕ ਹੈ ਜੀ। ਸੋ ਇਸ ਤੋਂ ਪਹਿਲਾਂ ਆਪਾਂ ਵੀਡੀਓ ਦੀ ਸ਼ੁਰੂਆਤ ਕਰੀਏ। ਜੋ ਵੀ ਅੱਜ ਇਸ ਚੈਨਲ 'ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਜਿਹੜੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਠੀਕ ਹੈ ਜੀ। ਸੋ ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਦੇਖੋ, ਆਪਾਂ ਸਾਈਕੋ ਸੋਸ਼ਲ ਡਿਵੈਲਪਮੈਂਟ ਇਹਦੇ ਵਿੱਚੋਂ ਕੁਐਸਚਨ ਹਮੇਸ਼ਾ ਪੁੱਛੇ ਜਾਂਦੇ ਆ। ਠੀਕ ਹੈ, ਮਤਲਬ ਜੇ ਆਪਾਂ ਗੱਲ ਕਰੀਏ ਤਾਂ ਮਤਲਬ ਇੱਕ ਕੁਐਸਚਨ ਤਾਂ ਜਿਹੜਾ ਸ਼ੋਰ ਹੀ ਹੈ ਨਾ, ਅਤੇ ਇਹਦੀ ਕਦੀ ਕਦੀ ਮਤਲਬ ਕਹਿ ਲਓ ਕਿ ਇਹਦੀ ਕੁਆਂਟਿਟੀ ਜਿਹੜੀ ਹੈ 1 ਤੋਂ 2 ਕੁਐਸਚਨਸ ਦੀ ਵੀ ਜਿਹੜੀ ਬਣ ਜਾਂਦੀ ਹੈ। ਠੀਕ ਹੈ ਜੀ। ਅਰਿਕਸਨ ਦੀ ਥਿਊਰੀ ਵਿੱਚੋਂ ਦੇਖੋ, ਪਿਆਜੇ, ਵਿਗੋਟਸਕੀ ਅਤੇ ਕੋਲਬਰਗ ਇਹਨਾਂ 'ਚੋਂ ਤਾਂ ਆਉਂਦਾ ਹੀ ਆਉਂਦਾ ਹੈ, ਪਰ ਅਰਿਕਸਨ ਦੇ ਵਿੱਚੋਂ ਵੀ ਜਿਹੜਾ ਆ ਉਹ ਪੁੱਛ ਲਿਆ ਜਾਂਦਾ ਆ। ਠੀਕ ਹੈ ਜੀ। ਸੋ ਆਪਾਂ ਸ਼ੁਰੂ ਕਰਦੇ ਹਾਂ ਹੁਣ। ਦੇਖੋ, ਅਰਿਕਸਨ ਪਹਿਲਾ ਕੁਐਸਚਨ ਜਿਹੜਾ ਬਣ ਸਕਦਾ ਹੈ, ਠੀਕ ਹੈ ਜੀ, ਉਹ ਤਾਂ ਇਹੀ ਹੈ ਕਿ ਸਾਈਕੋ ਸੋਸ਼ਲ ਡਿਵੈਲਪਮੈਂਟ ਕਿਸ ਨੇ ਦਿੱਤੀ। ਠੀਕ ਹੈ। ਸੋ ਸਾਨੂੰ ਉਹਦੇ ਬਾਰੇ ਪਤਾ ਆ ਕਿ ਜਿਹੜਾ ਆ ਕਿ ਕੌਣ ਸੀਗਾ ਜੀ ਜਿਹਨੇ ਇਹ ਥਿਊਰੀ ਦਿੱਤੀ ਸੀ, ਅਰਿਕਸਨ ਨੇ। ਠੀਕ ਹੈ ਜੀ। ਸਾਈਕੋ ਸੋਸ਼ਲ ਡਿਵੈਲਪਮੈਂਟ ਕਿ ਬੱਚੇ ਦੀ ਜਿਹੜੀ ਹੈ ਸੋਸ਼ਲੀ ਡਿਵੈਲਪਮੈਂਟ ਜਿਹੜੀ ਬੱਚੇ ਦੀ ਕਿਵੇਂ ਹੁੰਦੀ ਹੈ। ਠੀਕ ਹੈ। ਸੋ ਅਰਿਕਸਨ ਕੇਮ ਫਰੋਮ ਡੈਨਮਾਰਕ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ, ਡੈਨਮਾਰਕ ਟੂ USA। ਉਹ ਕੇਮ ਫਰੋਮ ਡੈਨਮਾਰਕ ਟੂ USA ਵਿਦ ਇਨਫਲੂਐਂਸ ਆਫ ਫਰਿਓਡ। ਠੀਕ ਹੈ। ਜਿਹੜਾ ਫਰਿਓਡ ਸੀਗਾ ਉਹਦੇ ਨਾਲ ਮਤਲਬ ਉਹ ਤੋਂ ਇਹ ਕਾਫੀ ਜ਼ਿਆਦਾ ਇਨਫਲੂਐਂਸ ਸੀਗੇ। ਠੀਕ ਹੈ। ਅਰਿਕਸਨ ਫੋਕਸਡ ਔਨ ਐਕਸਟਰਨਲ ਡਾਇਮੈਂਸ਼ਨਸ ਲਾਈਕ ਹੀ ਐਕਸਪਲੇਨ ਇੰਡੀਵਿਜੂਅਲਸ ਪਰਸਨੈਲਿਟੀ ਡਿਵੈਲਪਮੈਂਟ ਐਜ਼ ਅ ਰਿਜ਼ਲਟ ਆਫ ਇੰਟਰੈਕਸ਼ਨ ਵਿਦ ਸੋਸ਼ਲ। ਜੋ ਜਿਹੜੀ ਗੱਲ ਮੈਂ ਕਹੀ ਕਿ ਉਹਨੇ ਮਤਲਬ ਫੋਕਸ ਕਿਸ 'ਤੇ ਕੀਤਾ, ਉਹਨਾਂ ਡਾਇਮੈਂਸ਼ਨਸ 'ਤੇ, ਐਕਸਟਰਨਲ ਡਾਇਮੈਂਸ਼ਨਸ 'ਤੇ ਫੋਕਸ ਕੀਤਾ। ਠੀਕ ਹੈ। ਜਿਹਦੇ ਵਿੱਚ ਉਹ ਦੇਖਦਾ ਕਿ ਬੱਚੇ ਦੀ ਜਿਹੜੀ ਪਰਸਨੈਲਿਟੀ, ਜਿਹੜੀ ਇੰਡੀਵਿਜੂਅਲ ਪਰਸਨੈਲਿਟੀ ਡਿਵੈਲਪਮੈਂਟ ਆ, ਹੈ ਨਾ, ਉਹ ਕਿਵੇਂ ਮਤਲਬ ਜਦੋਂ ਉਹ ਬੱਚਾ ਸੋਸ਼ਲੀ ਇੰਟਰੈਕਟ ਕਰਦਾ ਆ ਤਾਂ ਉਹਦੇ ਵਿੱਚ ਕੀ ਚੇਂਜਸ ਆਉਂਦੇ। ਠੀਕ ਹੈ। ਅਤੇ ਜਿਹੜਾ ਫਰੋਡ ਸੀਗਾ ਉਹਨੇ ਇੰਟਰਨਲ ਡਾਇਮੈਂਸ਼ਨਸ ਦੀ ਗੱਲ ਕੀਤੀ ਸੀ। ਠੀਕ ਹੈ। ਅਰਿਕਸਨ ਨੇ ਐਕਸਟਰਨਲ ਦੀ ਗੱਲ ਕੀਤੀ ਹੈ। ਠੀਕ ਹੈ। ਸੋ ਥਿਊਰੀ 'ਤੇ ਜਾਣ ਤੋਂ ਪਹਿਲਾਂ ਆਪਾਂ ਕੁਝ ਬੇਸਿਕ ਕੰਸੈਪਟਸ ਨੇ, ਠੀਕ ਹੈ, ਜੋ ਕਿ ਅਰਿਕਸਨ ਨੇ ਦਿੱਤੇ ਸੀਗੇ। ਠੀਕ ਹੈ ਜੀ। ਉਹਦੇ ਵਿੱਚੋਂ ਦੇਖੋ, ਪਹਿਲਾ ਪੁਆਇੰਟ ਜਿਹੜਾ ਆ ਉਹ ਹੈ ਜੀ ਕ੍ਰਾਈਸਿਸ। ਕ੍ਰਾਈਸਿਸ ਕੀ ਆ? ਦੇਖੋ, ਉਹ ਕਹਿੰਦਾ ਆ ਕਿ ਹਿਊਮਨ ਬੋਰਨ ਫਰੀ ਬਟ ਐਵਰੀਵੇਅਰ ਹੀ ਫਾਊਂਡਸ ਇਨ ਚੇਨ। ਠੀਕ ਹੈ। ਇਹਦਾ ਮਤਲਬ ਕੀ ਆ? ਉਹ ਕਹਿੰਦਾ ਆ ਕਿ ਜਿਹੜਾ ਇਨਸਾਨ ਆ ਉਹ ਜਦੋਂ ਮਤਲਬ ਉਹਦਾ ਜਦੋਂ ਜਨਮ ਹੁੰਦਾ ਆ ਤਾਂ ਉਹ ਫਰੀ ਹੁੰਦਾ ਆ। ਠੀਕ ਹੈ। ਬਟ ਐਵਰੀਵੇਅਰ ਹੀ ਫਾਊਂਡਸ ਇਨ ਚੇਨ। ਪਰ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਹਰ ਪਾਸੇ ਉਹ ਜਿਹੜਾ ਆ ਚੇਨਸ ਦੇ ਵਿੱਚ, ਪ੍ਰੈਸ਼ਰ ਦੇ ਵਿੱਚ ਔਰ ਡਿਮਾਂਡਸ ਆਫ ਸੁਸਾਇਟੀ ਐਟ ਡਿਫਰੈਂਟ ਡਿਵੈਲਪਮੈਂਟ ਸਟੇਜਸ। ਠੀਕ ਹੈ। ਮਤਲਬ ਜਦੋਂ ਬੱਚਾ ਜਨਮ ਲੈਂਦਾ ਉਦੋਂ ਬੱਚਾ ਫਰੀ ਹੁੰਦਾ ਹੈ, ਪਰ ਜਦੋਂ ਹੀ ਉਹ ਸੁਸਾਇਟੀ ਦੇ ਵਿੱਚ ਆ ਜਾਂਦਾ ਆ ਉਹਦੇ 'ਤੇ ਕਈ ਤਰ੍ਹਾਂ ਦਾ ਜਿਹੜਾ ਪ੍ਰੈਸ਼ਰ ਹੈ, ਉਹਦੇ 'ਤੇ ਡਿਮਾਂਡਸ ਹੁੰਦੀਆਂ ਨੇ। ਮਤਲਬ ਉਹਨਾਂ ਚੀਜ਼ਾਂ ਦੀ ਜਿਹੜੀਆਂ ਆ ਚੇਨਸ ਦੇ ਵਿੱਚ ਬੱਚਾ ਜਿਹੜਾ ਆ ਉਹ ਬੰਨ ਹੋ ਜਾਂਦਾ। ਠੀਕ ਹੈ ਜੀ। ਅਕੋਰਡਿੰਗ ਟੂ ਅਰਿਕਸਨ ਦੀਜ਼ ਸੋਸ਼ਲ ਡਿਮਾਂਡਸ ਪ੍ਰੈਸ਼ਰ। ਠੀਕ ਹੈ। ਕੀ ਕਹਿੰਦਾ ਆ? ਕਹਿੰਦਾ ਦੀਜ਼ ਸੋਸ਼ਲ ਡਿਮਾਂਡਸ ਪ੍ਰੈਸ਼ਰ ਔਰ ਕਨਫਲਿਕਟਸ ਆਰ ਕ੍ਰਾਈਸਿਸ। ਉਹ ਕਹਿੰਦਾ ਇਹੀ ਜਿਹੜੀ ਸੋਸ਼ਲੀ ਡਿਮਾਂਡਸ ਆ, ਜਿਹੜਾ ਸਮਾਜ ਦਾ ਜਿਹੜਾ ਪ੍ਰੈਸ਼ਰ ਆ ਕਿਸੇ ਬੱਚੇ 'ਤੇ, ਇਨਸਾਨ 'ਤੇ, ਹੈ ਨਾ, ਔਰ ਕਨਫਲਿਕਟਸ ਜਿਹੜੇ ਝਗੜੇ ਨੇ, ਇਹਨਾਂ ਨੂੰ ਹੀ ਉਹਨੇ ਕ੍ਰਾਈਸਿਸ ਦਾ ਨਾਮ ਜਿਹੜਾ ਆ ਦਿੱਤਾ। ਠੀਕ ਹੈ ਜੀ। ਦੀਜ਼ ਕ੍ਰਾਈਸਿਸ ਔਰ ਕਨਫਲਿਕਟ ਔਰ ਇਸ਼ੂਜ਼ ਪ੍ਰੋਸੀਡ, ਇਹ ਸਿੰਪਲ ਟੂ ਕੰਪਲੈਕਸ ਜਾਂਦੇ ਆ। ਠੀਕ ਹੈ। ਸੋ ਆਪਾਂ ਜਲਦੀ ਇਹਨੂੰ ਦੇਖਦੇ ਹਾਂ। ਉਸ ਤੋਂ ਬਾਅਦ ਉਹਨੇ ਸਾਈਕੋ ਇੰਟਰੈਕਸ਼ਨ ਕਿਹਾ ਆ ਕਿ ਸਾਈਕੋ ਜਿਹੜੀ ਇੰਟਰੈਕਸ਼ਨ ਹੈ ਉਹ ਕੀ ਆ। ਠੀਕ ਹੈ। ਦੇਖੋ, ਇਹ 'ਚ ਜਿਹੜੀ ਆਪਾਂ ਸਿੱਧਾ ਜੇ ਅਗਰ ਦੇਖੀਏ, ਕਹਿੰਦਾ ਈਚ ਇੰਡੀਵਿਜੂਅਲ ਰਿਐਕਟ ਡਿਫਰੈਂਟਲੀ। ਹਰੇਕ ਜਿਹੜਾ ਆ ਬੱਚਾ ਆ, ਕੋਈ ਵੀ ਇਨਸਾਨ ਦੀ ਵੀ ਅਗਰ ਅਸੀਂ ਗੱਲ ਕਰੀਏ, ਇੰਡੀਵਿਜੂਅਲ ਉਹ ਅਲੱਗ-ਅਲੱਗ ਤਰ੍ਹਾਂ ਰਿਐਕਟ ਕਰਦੇ ਹੈ ਨਾ। ਕਹਿੰਦਾ ਫੋਰ ਐਗਜ਼ਾਮਪਲ ਐਟ ਐਨ ਏਜ ਸੁਸਾਇਟੀ ਡਿਮਾਂਡਸ ਦੈਟ ਚਾਈਲਡ should start, speak, walk, wish others, write, read, calculate and make assignments। ਠੀਕ ਹੈ। ਸੁਸਾਇਟੀ ਮਤਲਬ ਇੱਕ ਏਜ 'ਤੇ ਆ ਕੇ ਉਹ ਡਿਮਾਂਡ ਕਰਦੀ ਹੈ ਬੱਚਿਆਂ ਤੋਂ ਕਿ ਬੱਚੇ ਕੀ ਕਰਨ, ਬੋਲਣ, ਤੁਰਨ, ਹੈ ਨਾ, ਬੱਚੇ ਪੜ੍ਹਨ, ਲਿਖਣ, ਬੱਚੇ ਕੈਲਕੂਲੇਟ ਕਰਨ, ਬੱਚੇ ਅਸਾਈਨਮੈਂਟ ਬਣਾਉਣ। ਠੀਕ ਹੈ। ਹੁਣ ਉਹਦੇ ਵਿੱਚੋਂ ਜਿਹੜੇ ਕੁਝ ਬੱਚੇ ਆ, ਸਾਰੇ ਤਾਂ ਦੇਖੋ ਨਹੀਂ ਬਣ ਪਾਉਂਦੇ, ਹੈ ਨਾ, ਕਰ ਪਾਉਂਦੇ। ਸਮ ਇੰਡੀਵਿਜੂਅਲ ਟੇਕ ਮੋਰ ਸਟਰੈਸ। ਕਈ ਬੱਚੇ ਕੀ ਆ ਕਿ ਜਦੋਂ ਸੁਸਾਇਟੀ ਜਦੋਂ ਡਿਮਾਂਡ ਕਰਦੀ ਹੈ, ਠੀਕ ਹੈ, ਹੁਣ ਜਿਵੇਂ ਇਹਨੂੰ ਆਪਾਂ ਘਰ ਦੀ ਐਗਜ਼ਾਮਪਲ ਲਈ, ਘਰ ਦੇ ਵਿੱਚ ਕਈ ਵਾਰ ਕਈ ਪੇਰੈਂਟਸ ਇੱਦਾਂ ਆ,
ਉਹ ਬੱਚੇ ਨੂੰ ਕਹਿੰਦੇ ਨੇ ਕਿ ਬਈ ਤੇਰੇ 100 ਦੇ ਵਿੱਚੋਂ 100 ਮਾਰਕਸ ਆਉਣੇ ਚਾਹੀਦੇ ਨੇ ਜਾਂ ਤੇਰੇ 95 ਪਲੱਸ ਆਉਣੇ ਚਾਹੀਦੇ ਨੇ, ਠੀਕ ਹੈ। ਉਹ ਡਿਮਾਂਡ ਰੱਖਦੇ ਆ। ਹੁਣ ਉਸ ਡਿਮਾਂਡ ਨੂੰ ਕਈ ਬੱਚੇ ਤਾਂ ਜਿਹੜਾ ਆ ਉਹ ਕੀ ਕਰਦੇ ਆ, ਬਹੁਤ ਜ਼ਿਆਦਾ ਸੀਰੀਅਸ ਲੈ ਲੈਂਦੇ ਆ, ਉਹ ਸਟ੍ਰੈਸ ਫੇ ਲੈਣ ਲੱਗ ਜਾਂਦੇ ਆ, ਠੀਕ ਹੈ। ਪਰ ਜਿਹੜੇ ਕੁਛ ਆ ਸਮ ਮੇ ਇੰਜੋਏ ਦ ਸੋਸ਼ਲ ਡਿਮਾਂਡਸ, ਪਰ ਕਈ ਬੱਚੇ ਕੀ ਕਰਦੇ ਆ, ਉਹ ਜਿਹੜੀਆਂ ਡਿਮਾਂਡਸ ਨੇ ਉਹਨਾਂ ਨੂੰ ਇੰਜੋਏ ਕਰਦੇ ਆ ਟੂ ਰਿਜ਼ੋਲਵ ਕ੍ਰਾਈਸਿਸ, ਠੀਕ ਹੈ। ਸੋ ਉਸ ਤੋਂ ਅੱਗੇ ਆਉਂਦਾ ਸੁਸਾਇਟੀ। ਦੇਖੋ ਸੁਸਾਇਟੀ ਪਲੇ ਪੋਜ਼ੀਟਿਵ ਔਰ ਨੈਗੇਟਿਵ ਰੋਲ ਐਟ ਈਚ ਸਟੇਜ ਆਫ ਪਰਸਨੈਲਿਟੀ, ਠੀਕ ਹੈ। ਉਹਨੇ ਸਿੰਪਲ ਕਿਹਾ ਹੈ ਕਿ ਸੁਸਾਇਟੀ ਜਿਹੜੀ ਹੈ ਸੋਸ਼ਲ ਆ, ਉਹ ਨੈਗੇਟਿਵ ਔਰ ਪੋਜ਼ੀਟਿਵ ਦੋਨੋਂ ਤਰ੍ਹਾਂ ਦਾ ਪ੍ਰਭਾਵ ਪਰਸਨੈਲਿਟੀ 'ਤੇ ਪਾਉਂਦਾ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਜੀ ਈਗੋ ਡਿਵੈਲਪਮੈਂਟ। ਅਕੋਰਡਿੰਗ ਟੂ ਰਿਕਸਨ, the ego develops as it successfully resolve crises that are distinctly social in nature. These involves developing a sense of trust in ਇੱਥੇ in ਆਉਣਾ ਸੀ, trust in others identity, ਠੀਕ ਹੈ। ਅਕੋਰਡਿੰਗ ਟੂ ਰਿਕਸਨ ਦਾ ਈਗੋ ਡਿਵੈਲਪਸ ਐਟ, ਦੇਖੋ ਜਦੋਂ ਬੱਚਾ ਨਾ ਕੋਈ ਵੀ, ਇਹ ਇਨਸਾਨ ਦੀ ਫਿਤਰਤ ਹੈ, ਸੁਭਾਅ ਆ। ਅਸੀਂ ਜਦੋਂ ਕੋਈ ਕ੍ਰਾਈਸਿਸ, ਮੰਨ ਲਓ ਮੇਰੇ ਕੋਲ ਕੋਈ ਪ੍ਰੋਬਲਮ ਕੋਈ ਲੈ ਕੇ ਆਇਆ, ਮੰਨ ਲਓ, ਠੀਕ ਹੈ, ਮੇਰੇ ਕੋਲ ਕੋਈ ਆਪਣੀ ਪ੍ਰੋਬਲਮ ਲੈ ਕੇ ਆਇਆ ਅਤੇ ਮੈਂ ਉਹ ਪ੍ਰੋਬਲਮ ਨੂੰ ਕੀ ਕਰਤਾ, ਸੋਲਵ ਕਰਤਾ, ਠੀਕ ਹੈ। ਹੁਣ ਜਦੋਂ ਅਸੀਂ ਕਿਸੇ ਚੀਜ਼ ਨੂੰ ਸੋਲਵ ਕੀਤਾ ਅਤੇ ਸਾਡੇ ਅੰਦਰ ਇੱਕ ਤਰ੍ਹਾਂ ਦੀ ਇੱਕ ਫੀਲਿੰਗ ਪੈਦਾ ਹੁੰਦੀ ਆ ਕਿ ਭਈ ਮੈਂ ਉਹ ਜਿਹੜੀ ਪ੍ਰੋਬਲਮ ਆ ਉਹਨੂੰ ਸੋਲਵ ਕਰਤਾ, ਮਤਲਬ ਉਹ ਇੱਕ ਤਰ੍ਹਾਂ ਦੀ ਈਗੋ ਹੀ ਹੁੰਦੀ ਹੈ ਜਿਹੜੀ ਸਾਡੇ ਅੰਦਰ ਜਿਹੜੀ ਹੈ ਡਿਵੈਲਪ ਹੋ ਜਾਂਦੀ ਹੈ, ਠੀਕ ਹੈ। ਸੋ ਉਹਨੇ ਵੀ ਇਹੀ ਕਿਹਾ ਆ ਕਿ ਸਕਸੈਸਫੁਲੀ ਰਿਜ਼ੋਲਵ ਕ੍ਰਾਈਸਿਸ ਦੈਟ ਆਰ ਡਿਸਟਿੰਕਟਲੀ ਸੋਸ਼ਲ ਇਨ ਨੇਚਰ, ਦੀਜ਼ ਇਨਵੋਲਵ ਡਿਵੈਲਪਿੰਗ ਅ ਸੈਂਸ ਆਫ ਟਰਸਟ ਅਦਰ ਐਂਡ ਆਈਡੈਂਟੀਟੀ, ਠੀਕ ਹੈ। ਇਹਦੇ ਨਾਲ ਫਿਰ ਜਿਹੜਾ ਆ ਕਿ ਜਦੋਂ ਅਸੀਂ ਸੋਲਵ ਕਰ ਦਿੰਦੇ ਹਾਂ ਕਿ ਸਾਡਾ ਇੱਕ ਟਰਸਟ ਬਣ ਜਾਂਦਾ ਹੈ ਹੋਰਾਂ 'ਤੇ, ਸਾਡੀ ਜਿਹੜੀ ਇੱਕ ਆਈਡੈਂਟੀਟੀ ਬਣ ਜਾਂਦੀ ਹੈ, ਅਤੇ ਇਹ ਸਾਰੀਆਂ ਚੀਜ਼ਾਂ ਇੱਕ ਤਰ੍ਹਾਂ ਦੀ ਈਗੋ ਦੇ ਵਿੱਚ ਹੀ ਆ ਜਾਂਦੀਆਂ, ਠੀਕ ਹੈ। ਉਸ ਤੋਂ ਅੱਗੇ ਜੀ ਓਪਰਚੁਨਿਟੀ। ਓਪਰਚੁਨਿਟੀ ਕੀ ਹੈਗੀ, ਮਤਲਬ ਸਾਨੂੰ ਕੋਈ ਕੀ ਓਪਰਚੁਨਿਟੀਜ਼ ਮਿਲਦੀਆਂ, ਠੀਕ ਹੈ। ਐਵਰੀ ਕ੍ਰਾਈਸਿਸ ਇਨ ਐਨ ਓਪਰਚੁਨਿਟੀ ਟੂ ਡਿਵੈਲਪ ਸਰਟਨ ਸਕਿੱਲ। ਦੇਖੋ ਸਾਡੇ ਕੋਲ ਕੋਈ ਕ੍ਰਾਈਸਿਸ ਆਇਆ, ਸਾਡੇ ਕੋਲ ਕੋਈ ਪ੍ਰੋਬਲਮ ਆਈ, ਉਹ ਪ੍ਰੋਬਲਮ ਹੀ ਇੱਕ ਤਰ੍ਹਾਂ ਦੀ ਓਪਰਚੁਨਿਟੀ ਹੁੰਦੀ ਹੈ। ਕਿਵੇਂ ਕਿ ਜਦੋਂ ਸਾਡੇ ਕੋਈ ਪ੍ਰੋਬਲਮ ਆਈ, ਅਸੀਂ ਉਹ ਪ੍ਰੋਬਲਮ ਨੂੰ ਸੋਲਵ ਕਰਨ ਲਈ ਆਪਣੇ ਐਫਰਟਸ ਲਗਾਉਂਦੇ ਹਾਂ, ਠੀਕ ਹੈ। ਹੁਣ ਉਹ ਜਿਹੜੇ ਐਫਰਟਸ ਲਗਾਉਂਦੇ ਹਾਂ, ਠੀਕ ਹੈ, ਉਹ ਕ੍ਰਾਈਸਿਸ ਨੂੰ ਸੋਲਵ ਕਰਨ ਲਈ, ਉਹਦੇ ਤੋਂ ਬਾਅਦ ਅਸੀਂ ਐਫਰਟ ਤੋਂ ਬਾਅਦ ਜਦੋਂ ਪ੍ਰੋਬਲਮ ਸੋਲਵ ਹੋ ਜਾਂਦੀ ਹੈ, ਠੀਕ ਹੈ, ਤਾਂ ਸਾਡੇ ਅੰਦਰ ਕੁਛ ਸਕਿੱਲਸ ਅਬਿਲਿਟੀਜ਼ ਜਿਹੜੀਆਂ ਉਹ ਪੈਦਾ ਹੁੰਦੀਆਂ, ਹੈ ਨਾ। ਮਤਲਬ ਕ੍ਰਾਈਸਿਸ ਕਹਿ ਲਓ ਆਉਣਗੇ ਹੀ ਨਹੀਂ ਅਤੇ ਸ਼ਾਇਦ ਸਾਡੇ ਅੰਦਰ ਉਹ ਸਕਿੱਲਸ ਬਾਹਰ ਹੀ ਨਾ ਆਉਣ, ਠੀਕ ਹੈ। ਸੋ ਤਾਂ ਹੀ ਕਹਿੰਦੇ ਕਿ ਜਦੋਂ ਜਿਹੜਾ ਮਾੜਾ ਵਕਤ ਹੁੰਦਾ ਉਹਦੇ ਵਿੱਚ ਅਸੀਂ ਬਹੁਤ ਕੁਝ ਸਿੱਖਦੇ ਹਾਂ, ਉਹਦਾ ਇਹੀ ਕਾਰਨ ਆ ਕਿਉਂਕਿ ਮਾੜੇ ਸਮੇਂ ਦੇ ਵਿੱਚ ਅਸੀਂ ਕੀ ਕਰਦੇ ਹਾਂ, ਅਸੀਂ ਐਫਰਟਸ ਲਗਾਉਂਦੇ ਹਾਂ ਬਹੁਤ, ਅਤੇ ਉਹ ਜਿਹੜੇ ਐਫਰਟਸ ਹੁੰਦੇ ਉਹ ਜੈਨੂਅਨ ਹੁੰਦੇ ਆ, ਠੀਕ ਹੈ ਨਾ। ਅਤੇ ਉਹਦੀ ਵਜ੍ਹਾ ਨਾਲ ਮਤਲਬ ਕਿ ਹਰੇਕ ਜਿਹੜਾ ਮਾੜਾ ਸਮਾਂ ਆ ਉਹ ਇੱਕ ਤਰ੍ਹਾਂ ਦੀ ਸਾਡੇ ਲਈ ਓਪਰਚੁਨਿਟੀ ਹੁੰਦੀ ਹੈ, ਅਗਰ ਅਸੀਂ ਉਹਨੂੰ ਪੋਜ਼ੀਟਿਵਲੀ ਦੇਖੀਏ, ਹੈ ਨਾ। ਸੋ ਇਹ ਸਮਝਾਇਆ ਗਿਆ, ਠੀਕ ਹੈ। ਹੁਣ ਇਹਦੇ ਵਿੱਚ ਆ ਗਈਆਂ ਜੀ ਉਹਦੀਆਂ ਸਟੇਜਿਸ। ਅਸੀਂ ਬਹੁਤ ਆਰਾਮ ਦੇ ਨਾਲ ਜਲਦੀ 'ਚ ਮਤਲਬ ਆਪਣੇ ਵੱਲੋਂ ਅਸੀਂ ਜਲਦੀ ਨਹੀਂ ਕਰਾਂਗੇ, ਪਰ ਬੜੀ ਆਸਾਨੀ ਦੇ ਨਾਲ ਅਸੀਂ ਇਹ ਸਾਰੀਆਂ ਸਟੇਜਿਸ ਸਮਝ ਲਵਾਂਗੇ, ਠੀਕ ਹੈ। ਦੇਖੋ ਜਿਹੜੀ ਉਹਨੇ ਕਿਹਾ ਸੋਸ਼ਲ ਡਿਵੈਲਪਮੈਂਟ ਦੇ ਉਹਨੇ ਕੁਝ ਸਟੇਜਿਸ ਦੱਸੀਆਂ ਨੇ, ਠੀਕ ਹੈ, ਰਿਕਸਨ ਨੇ। ਇਹਦੇ ਵਾਸਤੇ ਤੁਸੀਂ ਮੇਨ ਦੇਖਣਾ ਹੈ ਇਹਦੇ ਵਿੱਚ ਕੀ ਆ ਗੱਲ ਕੀਤੀ ਹੋਈ, ਅਤੇ ਔਰ ਜਿਹੜੇ ਈਅਰ ਆ ਇਹ ਯਾਦ ਰੱਖਣੇ, ਠੀਕ ਹੈ। ਔਰ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਅਗਰ ਇਹਦੀ ਸਟੇਜਿਸ ਵੀ ਯਾਦ ਰੱਖ ਸਕੋ। ਦੇਖੋ ਪਹਿਲੀ ਜਿਹੜੀ ਸਟੇਜ ਆ ਉਹ ਹੈ ਟਰਸਟ ਔਰ ਮਿਸਟਰਸਟ, ਜਾਂ ਤੁਸੀਂ ਕਹਿ ਸਕਦੇ ਹੋ ਟਰਸਟ ਵਰਸਿਸ ਮਿਸਟਰਸਟ, ਠੀਕ ਹੈ। ਹੁਣ ਦੇਖੋ ਇਹਦੇ ਵਿੱਚ ਸਿੰਪਲ ਕਹਿੰਦਾ ਇਫ ਦਾ ਕੇਅਰ ਇਨਫੈਂਟ ਰਿਸੀਵ ਕੰਸਿਸਟੈਂਟ ਪ੍ਰੈਡਿਕਟੇਬਲ ਐਂਡ ਰਿਲਾਇਬਲ ਕੇਅਰ ਬਾਈ ਕੇਅਰ ਟੇਕਰ ਹੀ ਵਿਲ ਡਿਵੈਲਪ ਅ ਸੈਂਸ ਆਫ ਟਰਸਟ। ਸਪੋਜ਼ ਕਿ ਇੱਕ ਬੇਬੀ ਆ ਛੋਟਾ, ਠੀਕ ਹੈ, ਅਤੇ ਉਹ ਆਪਣੀ ਮਦਰ ਦੇ ਕੋਲ ਹੈ, ਠੀਕ ਹੈ, ਅਤੇ ਮਦਰ ਕੀ ਕਰ ਰਹੀ ਹੈ, ਮਦਰ ਪੂਰੇ ਕੰਸਿਸਟੈਂਟਲੀ ਜਿਹੜਾ ਆ, ਅਤੇ ਮਤਲਬ ਜਿਹੜਾ ਬੱਚਾ ਹੈ ਉਹ ਆਪਣੀ ਮਦਰ 'ਤੇ ਜਿਹੜਾ ਪੂਰਾ ਰਿਲਾਇਬਲ ਹੈ, ਠੀਕ ਹੈ। ਮਤਲਬ ਹੁਣ ਬੱਚਾ ਆਪ ਨਹੀਂ ਕੁਛ ਕਰ ਪਾਉਂਦਾ, ਉਹ ਪ੍ਰੋਪਰ ਆਪਣੇ ਮਦਰ 'ਤੇ ਡਿਪੈਂਡ ਹੈ, ਠੀਕ ਹੈ। ਅਤੇ ਜਦੋਂ ਮਦਰ ਉਸ ਬੱਚੇ ਦਾ ਪੂਰਾ ਖਿਆਲ ਰੱਖਦੀ ਹੈ ਅਤੇ ਖਾਣੇ ਪੀਣੇ ਦਾ ਧਿਆਨ ਰੱਖਦੀ ਹੈ, ਤਾਂ ਜਿਹੜਾ ਉਹ ਬੇਬੀ ਹੁੰਦਾ ਆ ਉਹਦੇ ਅੰਦਰ ਇੱਕ ਟਰਸਟ ਦੀ ਆਟੋਮੈਟਿਕਲੀ ਜਿਹੜੀ ਹੈ ਫੀਲਿੰਗ ਪੈਦਾ ਹੋ ਜਾਂਦੀ ਹੈ। ਮਤਲਬ ਉਹਨੂੰ ਆਪਣੀ ਮਦਰ 'ਤੇ ਪੂਰਾ ਜਿਹੜਾ ਹੈ ਟਰਸਟ ਹੁੰਦਾ ਹੈ, ਠੀਕ ਹੈ। ਇਹ ਹੋ ਗਿਆ ਟਰਸਟ। ਮਿਸਟਰਸਟ ਕੀ ਹੋ ਗਿਆ, ਹੁਣ ਅਗਰ ਮਦਰ ਦੇ ਵੱਲੋਂ ਜਿਹੜਾ ਉਹਦਾ ਮਤਲਬ ਬੱਚੇ ਨੂੰ ਜਿਹੜਾ ਪਿਆਰ ਆ ਉਹ ਕੰਸਿਸਟੈਂਟਲੀ ਜਿਹੜਾ ਨਹੀਂ ਮਿਲ ਰਿਹਾ,
ਠੀਕ ਹੈ। ਮਤਲਬ ਕਹਿ ਲਓ ਕਿ ਆਪਾਂ ਐਗਜ਼ਾਮਪਲ ਕਰ ਲਈਏ ਕਿ ਬੱਚਾ ਰੋ ਰਿਹਾ ਆ ਹੈ ਨਾ, ਅਤੇ ਮਾਂ ਜਿਹੜੀ ਉਹਨੂੰ ਪਤਾ ਹੀ ਨਹੀਂ ਹੈਗਾ ਕਿ ਬੱਚਾ ਰੋ ਰਿਹਾ, ਮਾਂ ਆਪਣਾ ਕੰਮ ਕਰ ਰਹੀ ਹੈ, ਮਦਰ ਆਪਣਾ ਕੰਮ ਕਰ ਰਹੀ ਹੈ, ਠੀਕ ਹੈ। ਸੋ ਕਹਿੰਦਾ ਆ ਕਿ ਇਫ ਦਾ ਕੇਅਰ ਹੈਜ਼ ਬੀਨ ਹਾਰਸ਼ਡ ਇਨਕਨਸਿਸਟੈਂਟ ਦੈਨ ਇਨਫੈਂਟ ਵਿਲ ਡਿਵੈਲਪ ਅ ਸੈਂਸ ਆਫ ਮਿਸਟਰਸਟ। ਜਦੋਂ ਇੱਦਾਂ ਦੀ ਕੋਈ ਕੰਡੀਸ਼ਨ ਆਉਂਦੀ ਹੈ ਤਾਂ ਬੱਚੇ ਦੇ ਅੰਦਰ ਜਿਹੜੇ ਆ ਮਿਸਟਰਸਟ ਦੀ ਜਿਹੜੀ ਭਾਵਨਾ ਆ ਉਹ ਪੈਦਾ ਹੋ ਜਾਂਦੀ ਹੈ, ਠੀਕ ਹੈ। ਉਹਨੂੰ ਲੱਗਦਾ ਹੈ ਕਿ ਮੇਰੀ ਕੋਈ ਪਰਵਾਹ ਨਹੀਂ ਕਰ ਰਿਹਾ, ਮੈਨੂੰ ਪਿਆਰ ਨਹੀਂ ਕਰ ਰਿਹਾ ਕੋਈ, ਹੈ ਨਾ। ਤਾਂ ਇੱਕ ਮਿਸਟਰਸਟ ਦੀ ਜਿਹੜੀ ਭਾਵਨਾ ਉਹ ਪੈਦਾ ਹੋ ਜਾਂਦੀ ਹੈ, ਠੀਕ ਹੈ। ਇਹਦਾ ਈਅਰ ਕੀ ਸੀਗਾ, 0 ਤੋਂ 1 ਈਅਰ। ਉਸ ਤੋਂ ਅੱਗੇ ਆ ਜਾਂਦਾ ਜੀ ਐਟੋਨਮੀ ਵਰਸਿਸ ਸ਼ੇਮ ਐਂਡ ਡਾਊਟ। ਦੇਖੋ ਐਟੋਨਮੀ ਨੂੰ ਤੁਸੀਂ ਯਾਦ ਰੱਖਣਾ ਆ ਕਿ ਆਜ਼ਾਦੀ, ਠੀਕ ਹੈ। ਕਹਿੰਦਾ ਆ ਇਹਦਾ ਈਅਰ ਕੀ ਹੈ ਜੀ, 1 to 2 ਈਅਰ। ਦ ਚਾਈਲਡ ਇਜ਼ ਡਿਸਕਵਰਿੰਗ, ਠੀਕ ਹੈ। ਕਹਿੰਦਾ ਦ ਚਾਈਲਡ ਇਜ਼ ਡਿਸਕਵਰਿੰਗ ਦੈਟ ਹੀ ਔਰ ਸ਼ੀ ਹੈਜ਼ ਮੈਨੀ ਸਕਿੱਲਸ ਐਂਡ ਐਬਿਲਿਟੀਜ਼, ਠੀਕ ਹੈ। ਹੁਣ ਬੱਚਾ ਡਿਸਕਵਰ ਕਰ ਰਿਹਾ ਹੈ ਖੁਦ ਆਪਣੇ ਆਪ ਨੂੰ ਕਿ ਉਹਦੇ ਵਿੱਚ ਕਾਫੀ ਸਕਿੱਲਸ ਔਰ ਐਬਿਲਿਟੀਜ਼ ਨੇ, ਸੱਚ ਐਜ਼ ਪੁਟਿੰਗ ਕਲੋਥ ਸ਼ੂਜ਼, ਉਹ ਆਪਣੇ ਆਪ ਕੱਪੜੇ ਪਾ ਸਕਦਾ ਹੈ, ਬੂਟ ਪਾ ਸਕਦਾ ਹੈ, ਖੇਡ ਸਕਦਾ ਹੈ ਨਾ। ਅਤੇ ਜਦੋਂ ਇਹ ਚੀਜ਼ ਹੁੰਦੀ ਹੈ ਮਤਲਬ ਉਹਦੇ ਅੰਦਰ ਇੱਕ ਐਟੋਨਮੀ ਦੀ ਭਾਵਨਾ ਹੁੰਦੀ, ਉਹਦੇ ਅੰਦਰ ਇੱਕ ਫਰੀਨੈਸ, ਲਿਬਰਟੀ ਹੁੰਦੀ ਹੈ ਕਿ ਮੈਂ ਆਪਣੇ ਕੰਮ ਆਪਣੇ ਆਪ ਕਰ ਸਕਦਾ, ਹੈ ਨਾ। ਪਰ ਜਦੋਂ ਹੀ ਇਫ ਚਾਈਲਡ ਡਜ਼ਨਟ ਰਿਸੀਵ ਓਪਰਚੁਨਿਟੀਜ਼ ਐਂਡ ਐਨਕਰੇਜਮੈਂਟ ਬਾਈ ਪੇਰੈਂਟਸ, ਪਰ ਜਦੋਂ ਉਹਨੂੰ ਬੱਚਿਆਂ ਨੂੰ ਪੇਰੈਂਟਸ ਵੱਲੋਂ ਐਨਕਰੇਜਮੈਂਟ ਨਹੀਂ ਮਿਲਦੀ, ਬੱਚੇ ਕਹਿ ਲਓ ਕਿ ਮਤਲਬ ਪੇਰੈਂਟਸ ਜਿਹੜੇ ਸਟ੍ਰਿਕਟ ਹੋ ਜਾਂਦੇ ਬੱਚਿਆਂ ਦੇ ਕਿ ਤੁਸੀਂ ਆਹ ਨਹੀਂ ਕਰਨਾ, ਆਹ ਨਹੀਂ ਕਰਨਾ, ਉਹਦੇ ਨਾਲ ਕੀ ਹੁੰਦਾ ਕਿ ਬੱਚਿਆਂ ਦੇ ਅੰਦਰ ਜਿਹੜੀ ਇੱਕ ਸ਼ੇਮ ਔਰ ਖੁਦ 'ਤੇ ਡਾਊਟ ਕਰਨ ਦੀ ਜਿਹੜੀ ਭਾਵਨਾ ਆ ਉਹ ਡਿਵੈਲਪ ਹੋ ਜਾਂਦੀ ਹੈ, ਠੀਕ ਹੈ। ਤੀਸਰਾ ਹੈ ਜੀ ਇਨੀਸ਼ੀਏਟ ਵਰਸਿਸ ਗਿਲਟ, ਠੀਕ ਹੈ। ਦੇਖੋ ਇਹਦੇ ਵਿੱਚ ਕਹਿੰਦਾ ਕਿ ਇਫ ਚਾਈਲਡ ਰਿਸੀਵ ਓਪਰਚੁਨਿਟੀਜ਼ ਅੰਡਰ ਸੁਪਰਵਿਜ਼ਨ ਐਂਡ ਗਾਈਡੈਂਸ, ਠੀਕ ਹੈ। ਅਗਰ ਬੱਚਾ ਜਿਹੜਾ ਓਪਰਚੁਨਿਟੀ ਰਿਸੀਵ ਕਰ ਲਿਆ ਹੈ ਅੰਡਰ ਸੁਪਰਵਿਜ਼ਨ ਐਂਡ ਗਾਈਡੈਂਸ, ਹੀ ਬਿਗਿਨ ਟੂ ਪਲੇ ਐਕਟੀਵਿਟੀਜ਼, ਉਹ ਆਰਾਮ ਦੇ ਨਾਲ ਪਲੇ ਕਰੇਗਾ, ਐਕਟੀਵਿਟੀਜ਼ ਖੇਡੇਗਾ, ਠੀਕ ਹੈ। ਮਤਲਬ ਇਨੀਸ਼ੀਏਟ ਲਏਗਾ, ਇਹਦਾ ਮਤਲਬ ਹੀ ਇਹੀ ਹੈ ਇਨੀਸ਼ੀਏਟ। ਬੱਚੇ ਇਨੀਸ਼ੀਏਟ ਲੈਣਾ, ਅਗਰ ਬੱਚੇ ਨੂੰ ਮੌਕੇ ਦਿੱਤੇ ਜਾਣ ਤਾਂ ਬੱਚੇ ਇਨੀਸ਼ੀਏਟ ਕਰਦੇ ਨੇ। ਪਰ ਇਹਦੇ ਤੋਂ ਉਲਟ ਉਹ ਕੀ ਕਹਿੰਦਾ ਹੈ, ਕਹਿੰਦਾ ਇਫ ਦਿਸ ਟੈਂਡੈਂਸੀ ਇਜ਼ ਕਰਸ਼ਡ ਆਈਦਰ ਥਰੂ ਕ੍ਰਿਟਿਸਿਜ਼ਮ ਔਰ ਕੰਟਰੋਲ, ਚਾਈਲਡ ਡਿਵੈਲਪ ਅ ਸੈਂਸ ਆਫ ਗਿਲਟ। ਅਗਰ ਬੱਚੇ ਨੂੰ ਇਨਕਰੇਜ ਨਹੀਂ ਕੀਤਾ ਜਾਏਗਾ, ਬੱਚਾ ਇਨੀਸ਼ੀਏਟ ਵੀ ਨਹੀਂ ਲਏਗਾ, ਜਦੋਂ ਬੱਚਾ ਇਨੀਸ਼ੀਏਟ ਨਹੀਂ ਲਏਗਾ ਤਾਂ ਉਹ ਆਪਣੇ ਆਪ 'ਤੇ ਸ਼ੱਕ ਕਰੇਗਾ ਅਤੇ ਉਹ ਆਪਣੇ ਅੰਦਰ ਕੀ ਕਰੇਗਾ, ਸੈਂਸ ਆਫ ਗਿਲਟ ਦੀ ਭਾਵਨਾ ਜਿਹੜਾ ਉਹ ਬੱਚਾ ਪੈਦਾ ਕਰੇਗਾ। ਹੀ ਮੇ ਫੀਲ ਲਾਈਕ ਇਰੀਟੇਸ਼ਨ ਟੂ ਅਦਰਸ, ਉਹਨੂੰ ਲੱਗੇਗਾ ਕਿ ਸ਼ਾਇਦ ਮੈਂ ਇਰੀਟੇਟ ਕਰ ਰਿਹਾ ਲੋਕਾਂ ਨੂੰ, ਠੀਕ ਹੈ। ਉਹਦੇ ਮਤਲਬ ਉਹ ਲੈਕਿੰਗ ਇਨ ਸੈਲਫ ਇਨੀਸ਼ੀਏਟ, ਉਹ ਫਿਰ ਇਨੀਸ਼ੀਏਟ ਨਹੀਂ ਲਏਗਾ, ਉਹਦੇ ਵਿੱਚ ਕਮੀ ਆ ਜਾਏਗੀ। ਚੌਥਾ ਹੈ ਜੀ ਇੰਡਸਟਰੀ ਵਰਸਿਸ ਇਨਫੀਰੀਓਰਿਟੀ, ਠੀਕ ਹੈ। ਇਹਦਾ ਦੇਖੋ ਮਤਲਬ ਕੀ ਹੈ, ਇਫ ਚਾਈਲਡ ਆਰ ਐਨਕਰੇਜਡ ਐਂਡ ਰੇਨਫੋਰਸਡ ਫॉर देयर ਇਨੀਸ਼ੀਏਟ, ਅਗਰ ਬੱਚੇ ਨੂੰ ਇਨਕਰੇਜ ਕੀਤਾ ਜਾਊਗਾ, ਉਹਨੂੰ ਰੇਨਫੋਰਸ ਕੀਤਾ ਜਾਊਗਾ ਫॉर देयर ਇਨੀਸ਼ੀਏਟ, ਠੀਕ ਹੈ। ਮਤਲਬ ਬੱਚਾ ਇਨੀਸ਼ੀਏਟ ਹੁਣ ਲਵੇਗਾ ਅਤੇ ਉਹਨੂੰ ਇਨਕਰੇਜ ਕੀਤਾ ਜਾਵੇਗਾ, ਉਸ ਲਈ ਉਹਨੂੰ ਰੇਨਫੋਰਸ ਕੀਤਾ ਜਾਵੇਗਾ, ਠੀਕ ਹੈ। ਦੇ ਬਿਗਿਨ ਟੂ ਫੀਲ ਇੰਡਸਟਰੀਅਸ ਐਂਡ ਫੀਲ ਕੌਨਫੀਡੈਂਟ, ਉਹ ਆਪਣੇ ਆਪ 'ਚ ਇੱਕ ਇੰਡਸਟਰੀਅਸ ਫੀਲ ਕਰੇਗਾ ਕਿ ਮੈਂ ਇੱਦਾਂ ਕਰ ਸਕਦਾ ਹਾਂ, ਹੈ ਨਾ, ਮਤਲਬ ਮੈਂ ਕੰਮ ਵਧੀਆ ਕਰ ਸਕਦਾ ਹਾਂ। ਉਹ ਆਪਣੇ ਆਪ ਨੂੰ ਫੀਲ ਕੌਨਫੀਡੈਂਟ ਇਨ ਦੇਅਰ ਐਬਿਲਿਟੀ ਟੂ ਅਚੀਵ ਗੋਲਸ। ਬਟ ਇਫ ਦਿਸ ਇਨੀਸ਼ੀਏਟ ਇਜ਼ ਨੋਟ ਇਨਕਰੇਜ, ਅਗਰ ਬੱਚਾ ਕੋਈ ਇਨੀਸ਼ੀਏਟ ਕਰ ਰਿਹਾ ਹੈ, ਅਗਰ ਬੱਚਾ ਮੰਨ ਲਓ ਕਲਾਸ ਦੇ ਵਿੱਚ ਆ, ਅਗਰ ਮੰਨ ਲਓ ਗਰਾਊਂਡ ਦੇ ਵਿੱਚ ਮੰਨ ਲਓ ਪਲੇ ਕਰ ਰਿਹਾ ਹੈ ਨਾ, ਅਤੇ ਬੱਚਾ ਇਨੀਸ਼ੀਏਟ ਕਰ ਰਿਹਾ ਖੇਡਣ ਦੀ, ਪਰ ਉਹਨੂੰ ਇਨਕਰੇਜ ਨਹੀਂ ਕੀਤਾ ਜਾਏਗਾ, ਉਹਨੂੰ ਰੇਨਫੋਰਸ ਨਹੀਂ ਕੀਤਾ ਜਾਏਗਾ, ਤਾਂ ਉਹ ਕੀ ਕਰੇਗਾ, ਉਹਦੇ ਅੰਦਰ ਇੱਕ ਇਨਫੀਰੀਓਰਿਟੀ ਦੀ ਜਿਹੜੀ ਫੀਲਿੰਗ ਹੈ ਉਹ ਆ ਜਾਏਗਾ। ਦੈਨ ਦਾ ਚਾਈਲਡ ਬਿਗਨਸ ਟੂ ਫੀਲ ਇਨਫੀਰੀਅਰ, ਡਾਊਟਿੰਗ ਹਿਜ਼ ਓਨ ਐਬਿਲਿਟੀਜ਼। ਜਦੋਂ ਉਹਦੀ ਇਨੀਸ਼ੀਏਟ ਨੂੰ ਇਨਕਰੇਜ ਨਹੀਂ ਕੀਤਾ ਜਾਏਗਾ, ਉਹ ਆਪਣੀਆਂ ਐਬਿਲਿਟੀਜ਼ 'ਤੇ ਕੀ ਕਰੇਗਾ, ਡਾਊਟ ਕਰਨਾ ਸ਼ੁਰੂ ਕਰ ਦੇਗਾ, ਠੀਕ ਹੈ। ਸੋ ਪੰਜਵਾਂ ਆ ਆਈਡੈਂਟੀਟੀ ਵਰਸਿਸ ਰੋਲ ਕਨਫਿਊਜ਼ਨ, ਠੀਕ ਹੈ। ਸੋ ਜਿਹੜਾ ਇੰਡਸਟਰੀ ਕੀਤਾ ਉਹਦਾ ਏਜ ਕੀ ਸੀਗਾ ਜੀ, 6 to 12, ਓਕੇ। ਔਰ ਆਪਾਂ ਜਿਹੜਾ ਉੱਪਰ ਇਨੀਸ਼ੀਏਟ ਵਰਸਿਸ ਗਿਲਟ ਉਹ ਸੀਗਾ 2 to 6। ਸੋ ਆਈਡੈਂਟੀਟੀ ਵਰਸਿਸ ਰੋਲ ਕਨਫਿਊਜ਼ਨ ਦਾ ਮਤਲਬ ਕੀ ਆ, 12 to 18 ਈਅਰ ਇਜ਼ ਦਾ ਇਹਦਾ ਗਰੁੱਪ ਆ। ਇਫ ਐਨ ਐਡੋਲਸੈਂਟ ਇਜ਼ ਟਰੀਟਡ, ਅਗਰ ਇਹ ਜਿਹੜਾ ਐਡੋਲਸੈਂਸ ਹੈ, ਜਦੋਂ ਬੱਚਾ ਥੋੜ੍ਹਾ ਕਿਸ਼ੋਰ ਅਵਸਥਾ 'ਚ ਆ ਜਾਂਦਾ ਆ, ਉਹਨੂੰ ਜਿਹੜਾ ਸੋਸ਼ਲ ਆ, ਜਿਹੜਾ ਸਮਾਜ ਆ, ਉਹ
ਉਹਨੂੰ ਐਜ਼ ਐਡਲਟ ਟਰੀਟ ਕਰਦਾ। ਮੰਨ ਲਓ ਹੁਣ 12 ਸਾਲ ਦਾ ਕੋਈ ਬੱਚਾ ਆ, 15 ਸਾਲ ਦਾ ਬੱਚਾ ਆ, ਅਗਰ ਉਹਨੇ ਮੰਨ ਲਓ ਕੋਈ ਪ੍ਰੋਬਲਮ ਸੋਲਵ ਕਰਤੀ, ਤਾਂ ਜਿਹੜਾ ਸੋਸ਼ਲ ਆ, ਸਮਾਜ ਆ, ਉਹ ਉਹਨੂੰ ਇੱਕ ਤਰ੍ਹਾਂ ਦਾ ਐਡਲਟ ਮੰਨਣ ਲੱਗ ਜਾਂਦਾ। ਜਿਹੜਾ ਸਮਾਜ ਆ ਉਹਨੂੰ ਕੀ ਮੰਨਣ ਲੱਗ ਜਾਂਦਾ, ਉਹਨੂੰ ਐਡਲਟ ਮੰਨਣ ਲੱਗ ਜਾਂਦਾ ਕਿ ਬਈ ਇਹਨੇ ਤਾਂ ਸਾਡਾ ਕੰਮ ਜਿਹੜਾ ਆ, ਜਿਹੜੀ ਪ੍ਰੋਬਲਮ ਸੀ ਉਹ ਸੋਲਵ ਕਰਤੀ। ਅਤੇ ਜਦੋਂ ਸੋਲਵ ਕਰ ਦਿੰਦਾ ਆ ਤਾਂ ਬੱਚੇ ਦੇ ਅੰਦਰ ਇੱਕ ਸਟਰੋਂਗ ਆਈਡੈਂਟੀਟੀ ਜਿਹੜੀ ਪੈਦਾ ਹੋ ਜਾਂਦੀ ਆ। ਬੱਚੇ ਦੇ ਅੰਦਰ ਵੀ ਆਈਡੈਂਟੀਟੀ ਜਿਹੜੀ ਆ ਸਟਰੋਂਗ ਫੀਲ ਉਹ ਕਰਦਾ ਆ ਕਿ ਹਾਂ ਬਈ ਮੈਂ ਕੰਮ ਕਰਤਾ ਸਮਾਜ ਦਾ, ਠੀਕ ਹੈ ਨਾ। ਸੋ ਜਿਹੜਾ ਪਰ ਕਹਿੰਦਾ ਨਾਓ ਹੀ ਇਜ਼ ਰੈਡੀ ਟੂ ਪਲੈਨ ਫॉर ਹਿਜ਼ ਫਿਊਚਰ, ਕਹਿੰਦਾ ਬਟ ਫੇਲੀਅਰ ਟੂ ਐਸਟੈਬਲਿਸ਼ ਦ ਸੈਂਸ ਆਫ ਆਈਡੈਂਟੀਟੀ, ਪਰ ਬੱਚਾ ਜਦੋਂ ਉਹ ਆਈਡੈਂਟੀਟੀ ਜਿਹੜੀ ਆਪਣੀ ਉਹਨੂੰ ਐਸਟੈਬਲਿਸ਼ ਜਿਹੜਾ ਜਦੋਂ ਨਹੀਂ ਕਰ ਪਾਉਂਦਾ, ਉਦੋਂ ਫਿਰ ਕੀ ਹੁੰਦਾ, ਵਟ ਆਈ ਵਾਂਟ ਟੂ ਬੀ ਵੈਨ ਆਈ ਗਰੋ ਅਪ ਕੈਨ ਲੀਡ ਟੂ ਰੋਲ ਕਨਫਿਊਜ਼ਨ। ਉਹ ਫਿਰ ਆਪਣੇ ਜਿਹੜਾ ਰੋਲ ਹੈ, ਉਸ ਦਾ ਆਈਡੈਂਟੀਟੀ ਹੈ, ਉਹ ਕਨਫਿਊਜ਼ਨ ਦੇ ਵਿੱਚ ਜਿਹੜਾ ਹੈ ਹਮੇਸ਼ਾ ਰਹਿੰਦਾ ਹੈ। ਰੋਲ ਕਨਫਿਊਜ਼ਿੰਗ ਇਨਵੋਲਵਸ ਇੰਡੀਵਿਜੂਅਲ ਨਾਟ ਬੀਂਗ ਸ਼ੋਰ ਅਬਾਊਟ ਦੈਮਸੈਲਵ, ਉਹ ਆਪਣੇ ਆਪ ਲਈ ਜਿਹੜਾ ਆ ਉਹ ਸ਼ੋਰ ਨਹੀਂ ਹੋਊਗਾ ਕਿਸੇ ਵੀ ਚੀਜ਼ ਲਈ, ਠੀਕ ਹੈ। ਸੋ 6ਵਾਂ ਜਿਹੜੀ ਇਹਦੀ ਸਟੇਜ ਹੈ ਉਹ 'ਚ ਕੀ ਹੈ ਜੀ, ਇੰਟੀਮੇਸੀ ਵਰਸਿਸ ਆਈਸੋਲੇਸ਼ਨ। ਇਹ ਬਿਲਕੁਲ ਸਿੰਪਲ ਆ। ਦੇਖੋ ਅਸੀਂ ਕਹਿੰਦੇ ਆ ਨਾ ਕਿ ਮਨੁੱਖ ਜਿਹੜਾ ਇੱਕ ਸਮਾਜਿਕ ਜਿਹੜਾ ਪ੍ਰਾਣੀ ਆ, ਅਸੀਂ ਜ਼ਿਆਦਾ ਰਿਲੇਸ਼ਨਸ ਜਿਹੜੇ ਦੇ ਵਿੱਚ ਹੈ ਨਾ, ਭਾਵੇਂ ਸਾਡੇ ਪੇਰੈਂਟਸ, ਅਸੀਂ ਹਮੇਸ਼ਾ ਉਹਨਾਂ ਦੇ ਨਾਲ ਰਹਿਣਾ ਪਸੰਦ ਕਰਦੇ ਹਾਂ, ਹੈ ਨਾ। ਕਹਿੰਦੇ ਆ ਕਿ ਵੰਸ ਪੀਪਲ ਹੈਵ ਐਸਟੈਬਲਿਸ਼ ਦੇਅਰ ਆਈਡੈਂਟੀਟੀ, ਜਦੋਂ ਆਈਡੈਂਟੀਟੀਜ਼ ਆਪਣੀਆਂ ਉਹ ਐਸਟੈਬਲਿਸ਼ ਕਰ ਲੈਂਦੇ ਆ, ਕਹਿੰਦੇ ਉਹ ਫਿਰ ਰੈਡੀ ਹੁੰਦੇ ਆ ਟੂ ਮੇਕ ਲੌਂਗ ਟਰਮ ਕਮਿਟਮੈਂਟਸ ਟੂ ਅਦਰ, ਫਿਰ ਉਹ ਹੋਰਾਂ ਲੋਕਾਂ ਦੇ ਨਾਲ ਜਿਹੜਾ ਆਪਣੇ ਪਰਿਵਾਰ ਦੇ ਨਾਲ ਜਿਹੜਾ ਕਮਿਟਮੈਂਟ ਕਰਨ ਲਈ ਜਿਹੜੇ ਉਹ ਰੈਡੀ ਹੋ ਜਾਂਦੇ ਆ। ਦੇ ਬਿਕਮ ਕੈਪੇਬਲ ਆਫ ਫਾਰਮਿੰਗ ਇਨੀਸ਼ੀਏਟ ਰੈਸੀਪ੍ਰੋਕਲ ਰਿਲੇਸ਼ਨਸ਼ਿਪ, ਠੀਕ ਹੈ। ਇੰਟੀਮੇਸੀ ਇਹੀ ਹੁੰਦੀ ਹੈ ਕਿ ਕਾਫੀ ਨਜ਼ਦੀਕੀ, ਠੀਕ ਹੈ। ਤਾਂ ਹੀ ਇਹਦਾ ਜਿਹੜਾ ਗਰੁੱਪ ਆ ਦੇਖੋ ਕਿੰਨਾ ਆ, 19 to 40, ਮਤਲਬ ਜਦੋਂ ਆਈਡੈਂਟੀਟੀ ਉਹਦੀ ਇਸਟੈਬਲਿਸ਼ ਹੋ ਜਾਂਦੀ ਹੈ ਤਾਂ ਉਹ ਕੀ ਕਰਦਾ ਆ, ਆਪਣਾ ਰਿਲੇਸ਼ਨਸ਼ਿਪ ਜਿਹੜੇ ਆ ਉਹ ਬਣਾਉਣਾ ਸ਼ੁਰੂ ਕਰਦਾ, ਕਲੋਜ਼ ਹੋ ਜਾਂਦਾ ਆ, ਠੀਕ ਹੈ। ਕਲੋਜ਼ ਫਰੈਂਡਸ਼ਿਪ, ਮੈਰਿਜ ਹੁੰਦੀ ਹੈ। ਪਰ ਇਹਦੇ ਤੋਂ ਉਲਟ ਅਗਰ ਅਵੋਇਡਿੰਗ ਇੰਟੀਮੇਸੀ ਫੀਅਰਿੰਗ ਕਮਿਟਮੈਂਟ, ਅਗਰ ਉਹ ਇੰਟੀਮੇਸੀ ਨੂੰ ਅਵੋਇਡ ਕਰੇਗਾ, ਅਗਰ ਉਹ ਕਮਿਟਮੈਂਟਸ ਰਿਲੇਸ਼ਨਸ਼ਿਪ ਬਣਾਉਣ ਦੇ ਵਿੱਚ ਡਰੇਗਾ, ਤਾਂ ਉਸ ਦੇ ਨਾਲ ਕੀ ਹੋਏਗਾ, ਲੀਡ ਟੂ ਆਈਸੋਲੇਸ਼ਨ। ਉਹ ਆਪਣੇ ਆਪ ਨੂੰ ਆਈਸੋਲੇਟ ਕਰ ਲੇਗਾ, ਲੋਨਲੀਨੈਸ ਜਿਹੜਾ ਫੀਲ ਕਰੇਗਾ, ਤਾਂ ਉਹ ਡਿਪਰੈਸਡ ਵੀ ਜ਼ਰੂਰ ਹੋਵੇਗਾ। 7ਵਾਂ ਆਉਂਦਾ ਜੀ ਜਨਰੇਟਿਵਿਟੀ, ਠੀਕ ਹੈ, ਵਰਸਿਸ ਸਟੈਗਨੇਸ਼ਨ। ਇਹਦਾ ਏਜ ਗਰੁੱਪ ਹੈ ਜੀ 40 to 65। ਵੈਨ ਅ ਪਰਸਨ ਮੇਕ ਅ ਕੰਟਰੀਬਿਊਸ਼ਨ ਡਿਊਰਿੰਗ ਹਿਜ਼ ਪੀਰੀਅਡ, ਅਗਰ ਜਿਹੜਾ ਪਰਸਨ ਆ ਉਹ ਕੰਟਰੀਬਿਊਟ ਕਰ ਰਿਹਾ ਆ ਡਿਊਰਿੰਗ ਦਿਸ ਪੀਰੀਅਡ, ਪਰਹੈਪਸ ਬਾਈ ਰੇਜ਼ਿੰਗ ਅ ਫੈਮਿਲੀ, ਭਾਵੇਂ ਉਹ ਆਪਣੀ ਫੈਮਿਲੀ ਨੂੰ ਰੇਜ਼ ਕਰ ਰਿਹਾ ਆ, ਹੈ ਨਾ, ਅਤੇ ਵਰਕ ਕਰ ਰਿਹਾ ਹੈ ਸੁਸਾਇਟੀ ਲਈ, ਤਾਂ ਉਹਦੇ ਅੰਦਰ ਇੱਕ ਜਨਰੇਟਿਵਲੀ ਦੀ ਜਿਹੜੀ ਭਾਵਨਾ ਉਹ ਪੈਦਾ ਹੁੰਦੀ ਹੈ। ਪਰ ਇਹਦੇ ਉਲਟ ਅ ਪਰਸਨ ਹੂ ਇਜ਼ ਸੈਲਫ ਸੈਂਟਰਡ ਅਨੇਬਲ ਟੂ ਅਨਵਿਲਿੰਗ ਟੂ ਹੈਲਪ ਸੁਸਾਇਟੀ, ਜਦੋਂ ਸੁਸਾਇਟੀ ਦੀ ਹੈਲਪ ਨਹੀਂ ਕਰ ਪਾਉਂਦਾ, ਆਪਣੀ ਫੈਮਿਲੀ ਦੀ ਹੈਲਪ ਨਹੀਂ ਕਰ ਪਾਉਂਦਾ, ਤਾਂ ਉਹ ਕਿਹੜੀ ਫੀਲਿੰਗ ਆਉਂਦੀ ਉਹਦੇ ਅੰਦਰ ਪੈਦਾ ਹੋ ਜਾਂਦੀ ਹੈ, ਸਟੈਗਨੇਸ਼ਨ ਦੀ ਜਿਹੜੀ ਹੈ ਉਹ ਭਾਵਨਾ ਪੈਦਾ ਹੋ ਜਾਂਦੀ ਹੈ। ਰਿਲੇਟਿਵ ਲੈਕ ਆਫ ਪ੍ਰੋਡਕਟਿਵਿਟੀ, ਉਹਨੂੰ ਲੱਗਦਾ ਹੈ ਕਿ ਮੈਂ ਮਤਲਬ ਹੁਣ ਕੁਛ ਨਹੀਂ ਕਰ ਪਾ ਰਿਹਾ, ਮੇਰੇ ਕੋਲ ਪ੍ਰੋਡਕਟਿਵਿਟੀ ਨਹੀਂ ਹੈਗੀ। ਲਾਸਟ ਜਿਹੜੀ ਇਸਦੀ ਸਟੇਜ ਹੈ ਉਹ ਹੈ ਜੀ ਇੰਟੀਗ੍ਰਿਟੀ ਵਰਸਿਸ ਡਿਸਪੇਅਰ, ਠੀਕ ਹੈ। ਇਹ ਜਿਹੜੀ ਹੈ ਇਹਦੀ ਲਾਸਟ ਸਟੇਜ ਹੈ, ਜੋ ਕਿ ਇਹਦੀ ਏਜ ਲਿਮਿਟ ਕੀ ਹੈ ਜੀ 65 to ਡੈਥ ਤੱਕ। ਕਹਿੰਦਾ ਕਿ ਇਫ ਇੰਡੀਵਿਜੂਅਲ ਸੀ ਹਿਮਸੈਲਫ ਐਜ਼ ਲੀਡਿੰਗ ਅ ਸਕਸੈਸਫੁਲ ਲਾਈਫ ਹੀ ਰਿਮੇਨਸ। ਹੁਣ ਜਦੋਂ 65 ਸਾਲ ਦਾ ਕੋਈ ਇਨਸਾਨ ਹੈ, ਠੀਕ ਹੈ, ਤਾਂ ਉਹ ਜਦੋਂ ਪਿੱਛੇ ਨਿਗਾਹ ਮਾਰ ਕੇ ਦੇਖਦਾ ਆ ਕਿ ਮੈਂ ਮਤਲਬ ਇੰਨੇ ਟਾਈਮ ਦੇ ਵਿੱਚ ਮੈਂ ਕੀ ਕੀਤਾ, ਮੈਂ ਮਤਲਬ ਆਪਣਾ ਮਤਲਬ ਸਮਾਜ ਨੂੰ ਮੈਂ ਕੀ ਦਿੱਤਾ, ਠੀਕ ਹੈ। ਅਤੇ ਜਦੋਂ ਉਹ ਦੇਖਦਾ ਆ ਪਿੱਛੇ, ਅਤੇ ਉਹ ਦੇਖਦਾ ਕਿ ਹਾਂ ਮੈਂ ਸੈਟਿਸਫਾਈ ਹਾਂ ਔਨ ਹਿਜ਼ ਪ੍ਰੀਵੀਅਸ ਲਾਈਫ ਐਂਡ ਫੀਲ ਸੈਟਿਸਫਾਈਂਗ, ਤਾਂ ਉਹਦੇ ਅੰਦਰ ਕੀ ਇੱਕ ਪੋਜ਼ੀਟਿਵ ਭਾਵਨਾ ਜਿਹੜੀ ਪੈਦਾ ਹੋਣੀ ਆ ਇੰਟੀਗ੍ਰਿਟੀ ਦੀ, ਠੀਕ ਹੈ। ਬਟ ਇਹਦੇ ਉਲਟ ਅਗਰ ਉਹ ਪਿੱਛੇ ਦੇਖੇਗਾ, ਐਰਿਕਸਨ ਬਲੀਵ ਦੈਟ ਇਫ ਇੰਡੀਵਿਜੂਅਲ ਸੀਜ਼ ਲਾਈਫ ਐਜ਼ ਅਨਪ੍ਰੋਡਕਟਿਵ, ਉਹਨੂੰ ਲੱਗੇਗਾ ਮੈਂ ਕੁਛ ਵੀ ਨਹੀਂ ਕੀਤਾ, ਮਤਲਬ ਪਾਸਟ ਦੀਆਂ ਚੀਜ਼ਾਂ ਨੂੰ ਲੈ ਕੇ ਉਹ ਗਿਲਟ ਫੀਲ ਕਰੇਗਾ ਕਿ ਮੇਰੇ ਤੋਂ ਇਹ ਗਲਤੀਆਂ ਹੋਈਆਂ, ਮੇਰੇ ਤੋਂ ਉਹ ਗਲਤੀਆਂ ਹੋਈਆਂ, ਐਂਡ ਫੀਲ ਦੈਟ ਹੀ ਡਿਡੰਟ ਅਕੰਪਲਿਸ਼ ਹਿਜ਼ ਗੋਲ, ਤਾਂ ਉਹਨੂੰ ਉਹ ਸੋਚੇਗਾ ਕਿ ਮੈਂ ਆਪਣੇ ਗੋਲ ਪੂਰੇ ਹੀ ਨਹੀਂ ਕੀਤੇ, ਤਾਂ ਉਹਦੇ ਅੰਦਰ ਕਿਹੜੀ ਭਾਵਨਾ ਪੈਦਾ ਹੋਵੇਗੀ, ਡਿਸਪੇਅਰ ਦੀ ਜਿਹੜੀ ਹੈ ਭਾਵਨਾ ਉਹਦੇ ਅੰਦਰ ਪੈਦਾ ਹੋਵੇਗੀ, ਜੋ ਕਿ ਕੀ ਕਰੇਗਾ, ਆਫਨ ਲੀਡਿੰਗ ਟੂ ਡਿਪਰੈਸ਼ਨ, ਉਹਨੂੰ ਡਿਪਰੈਸ਼ਨ ਵੱਲ ਲੈ ਜਾਏਗਾ, ਅਤੇ ਹੋਪਲੈਸਨੈਸ,
तो ਆਪਣੇ ਆਪ ਨੂੰ ਬੜਾ ਇੱਕ ਹੋਪਲੈਸ ਮਹਿਸੂਸ ਕਰੇਗਾ। ਠੀਕ ਹੈ ਜੀ। ਸੋ ਇਹ ਸੀਗੀ ਅਰਿਕਸਨ ਦੀ ਜਿਹੜੀ ਥਿਊਰੀ। ਠੀਕ ਹੈ, ਉਮੀਦ ਹੈ ਤੁਹਾਨੂੰ ਜਿਹੜੀ ਇਹ ਥਿਊਰੀ ਜਿਹੜੀ ਕਲੀਅਰ ਹੋ ਗਈ ਹੋਵੇਗੀ ਅਤੇ ਤੁਸੀਂ ਜ਼ਰੂਰ ਇਹਨੂੰ ਜਿਹੜਾ ਇੱਕ ਵਾਰ ਦੁਬਾਰਾ ਪੜ੍ਹਿਓ। ਮੈਂ ਜਿਹੜੀ ਇਹਦੀ PDF ਹੈ ਮੈਂ ਉਹਨੂੰ ਜ਼ਰੂਰ ਇਹਦੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਅਪਲੋਡ ਕਰ ਦਾਂਗਾ, ਜਿੱਥੋਂ ਤੁਸੀਂ ਇਹਨੂੰ ਦੇਖ ਸਕਦੇ ਆ ਆਸਾਨੀ ਦੇ ਨਾਲ। ਅਤੇ ਮੈਨੂੰ ਉਮੀਦ ਹੈ ਤੁਸੀਂ ਵੀਡੀਓ ਦੇ ਅਖੀਰ ਤੱਕ ਜਿਹੜੇ ਬਣੇ ਰਹੇ ਹੋਣਗੇ। ਤੁਹਾਡੇ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।